ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਤੇ ਤੁਹਾਡੇ ਨਾਲ ਮੈਂ ਹਾਂ ਹਰਦੀਪ ਕੌਰ। ਦੋਸਤੋ, ਅੱਜ ਕੱਲ ਕਰਾਂਗੇ ਅਸੀਂ ਪੰਜਾਬ ਦੀ ਐਜੂਕੇਸ਼ਨ ਦੇ ਨਾਲ ਸੰਬੰਧਿਤ ਜੋ ਹਾਲ ਦੇ ਹਾਲਾਤ ਨੇ ਕਿ ਕਿਸ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਹੈ। ਕਿਉਂਕਿ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜਿਹੜੀ ਸਵਾ ਮਹੀਨਾ ਪਹਿਲਾਂ ਪੰਜਾਬ ਦੇ ਵਿੱਚ ਬਣੀ ਹੈ ਤੇ ਉਹਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਇਹ ਲਗਾਤਾਰ ਗੱਲ ਕਹੀ ਗਈ ਕਿ ਪੰਜਾਬ ਦੇ ਵਿੱਚ ਦਿੱਲੀ ਮਾਡਲ ਨੂੰ ਲਾਗੂ ਕੀਤਾ ਜਾਵੇਗਾ, ਜਿਸ ਦੇ ਚਲਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੰਨੀ ਦਿਨੀ ਦਿੱਲੀ ਦੌਰੇ ਤੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ, ਮੀਡੀਆ ਨੂੰ ਸੰਬੋਧਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ, ਜਿਸ ਦੇ ਵਿੱਚ ਹੈਲਥ ਸਿਸਟਮ ਔਰ ਐਜੂਕੇਸ਼ਨ ਸਿਸਟਮ ਜਿਹੜੇ ਨਾਲ ਇਹਦੇ ਚੱਲਣਗੇ। ਪਰ ਬਾਕੀ ਕੀ ਪੰਜਾਬ ਦੇ ਵਿੱਚ ਦਿੱਲੀ ਮਾਡਲ ਦੀ ਜ਼ਰੂਰਤ ਹੈ? ਇਸ ਸੰਬੰਧ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਜੀ ਹਾਜ਼ਰ ਨੇ। ਗੱਲਬਾਤ ਕਰਾਂਗੇ ਡਾਕਟਰ ਦਲਜੀਤ ਸਿੰਘ ਚੀਮਾ ਜੀ ਦੇ ਨਾਲ। ਸੋ ਵੈਲਕਮ। ਮਿਹਰਬਾਨੀ ਸਰ, ਸਭ ਤੋਂ ਪਹਿਲਾਂ ਤੁਸੀਂ ਲੰਬਾ ਸਮਾਂ ਜਿਹੜਾ ਹੈਗਾ ਲਗਭਗ 2 ਤੋਂ 3 ਸਾਲ ਜਿਹੜਾ ਹੈਗਾ ਸਿੱਖਿਆ ਮੰਤਰੀ ਦੇ ਤੌਰ ਤੇ ਜਿਹੜਾ ਹੈਗਾ ਆਪਣੀਆਂ ਸੇਵਾਵਾਂ ਪੰਜਾਬ ਨੂੰ ਦਿੱਤੀਆਂ ਨੇ। ਤੁਸੀਂ ਪੰਜਾਬ ਦੇ ਸਕੂਲਾਂ ਨੂੰ ਬਿਹਤਰੀ ਜਾਣਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਚੱਲ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਵਾਕਈ ਪੰਜਾਬ ਦੇ ਵਿੱਚ ਦਿੱਲੀ ਮਾਡਲ ਲਾਗੂ ਹੋਣਾ ਚਾਹੀਦਾ ਹੈ? ਦੇਖੋ, ਪਹਿਲੀ ਤਾਂ ਮੇਰੀ ਗੱਲ ਹੈ ਕਿ ਹਮੇਸ਼ਾ ਹੀ ਚਾਹੇ ਸਿਸਟਮ ਕਿੰਨਾ ਚੰਗਾ ਹੋਵੇ ਉਹਦੇ ਵਿੱਚ ਇੰਪਰੂਵਮੈਂਟ ਦਾ ਸਕੋਪ ਹਮੇਸ਼ਾ ਹੀ ਹੁੰਦਾ। ਦੂਜੀ ਗੱਲ ਹੈ ਕਿ ਸਿੱਖਣ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਦੇਸ਼ ਦੇ ਵਿੱਚੋਂ ਜਿੱਥੇ ਵੀ ਕੋਈ ਚੰਗੀ ਚੀਜ਼ ਹੁੰਦੀ ਹੈ ਉਹਨੂੰ ਸਮਝ ਕੇ ਆਪਣੇ ਲਾਗੂ ਕਰੋ। ਦੁਨੀਆ ਦੇ ਵਿੱਚ ਜਿੱਥੇ ਕਿਤੇ ਚੰਗੀ ਚੀਜ਼ ਹੁੰਦੀ ਹੈ ਉਹਨੂੰ ਤੁਸੀਂ ਸਮਝ ਕੇ ਆਪਣੀ ਸਟੇਟ ਦੇ ਵਿੱਚ ਲਾਗੂ ਕਰੋ। ਇਹ ਬਹੁਤ ਵੱਡੀ ਸੇਵਾ। ਪਰ ਸਿਰਫ ਤੁਸੀਂ ਇਲੈਕਸ਼ਨਾਂ ਦੇ ਮਕਸਦ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਅਗਰ ਤੁਸੀਂ ਸਿੱਖਿਆ ਦਾ ਕੋਈ ਮਾਡਲ ਇਸ ਤਰੀਕੇ ਪੇਸ਼ ਕਰਦੇ ਹੋ ਤਾਂ ਫਿਰ ਉਹਦੀਆਂ ਖੂਬੀਆਂ ਤੇ ਖਾਮੀਆਂ ਦੇਖਣੀਆਂ ਪੈਣਗੀਆਂ। ਕਿਉਂਕਿ ਦਿੱਲੀ ਇੱਕ ਦੇਸ਼ ਦਾ ਵੱਡਾ ਸ਼ਹਿਰ ਹੈ ਔਰ ਅਮੀਰ ਸਟੇਟ ਹੈ। ਔਰ ਕਿਸੇ ਵੀ ਸਟੇਟ ਦੇ ਵਿੱਚ ਤੁਸੀਂ ਚਲੇ ਜਾਓ, ਭਾਵੇਂ ਪੰਜਾਬ 'ਚ ਚਲੇ ਜਾਓ, ਭਾਵੇਂ ਹੋਰ ਕਿਸੇ ਸ਼ਹਿਰਾਂ ਦੇ ਸਕੂਲ ਸਰਕਾਰੀ ਤੁਹਾਨੂੰ ਹਮੇਸ਼ਾ ਹੀ ਪਿੰਡਾਂ ਦੇ ਸਕੂਲਾਂ ਨਾਲੋਂ ਬੈਟਰ ਮਿਲਦੇ, ਕਿਉਂਕਿ ਉੱਥੇ ਇਨਫਰਾਸਟ੍ਰਕਚਰ ਵੀ ਅੱਛਾ ਹੁੰਦਾ, ਉੱਥੇ ਬੱਚਿਆਂ ਦੀ ਵੀ ਕੋਈ ਘਾਟ ਨਹੀਂ ਹੁੰਦੀ, ਉੱਥੇ ਅਧਿਆਪਕਾਂ ਦੀ ਵੀ ਕੋਈ ਘਾਟ ਨਹੀਂ। ਇਸ ਕਰਕੇ ਜਦੋਂ ਤਿੰਨੇ ਚੀਜ਼ਾਂ ਉੱਥੇ ਮੌਜੂਦ ਹੁੰਦੀਆਂ ਔਰ ਐਡਮਿਨਿਸਟ੍ਰੇਸ਼ਨ ਵੀ ਉੱਥੇ ਨੇੜੇ ਹੁੰਦੀ ਹੈ, ਸੁਪਰਵਿਜ਼ਨ ਵੀ ਹਮੇਸ਼ਾ ਜ਼ਿਆਦਾ ਹੁੰਦੀ। ਇਸ ਕਰਕੇ ਹਮੇਸ਼ਾ ਹੀ ਤੁਸੀਂ ਚਾਹੇ ਪੰਜਾਬ ਦੇ ਸ਼ਹਿਰਾਂ ਦੇ ਸਕੂਲ ਦੇਖ ਲਓ, ਕਿਤੇ ਵੀ ਦਿੱਲੀ ਨਾਲੋਂ ਕੋਈ ਵੀ ਸਕੂਲ ਘੱਟ ਨਹੀਂ। ਪਰ ਸੂਬਿਆਂ ਦੀਆਂ ਆਪਣੀਆਂ ਵੱਖਰੀਆਂ ਸਮੱਸਿਆ, ਵੱਡੇ ਜਿਓਗ੍ਰਾਫੀਕਲ ਏਰੀਆ, ਸਾਡੇ ਸਰਹੱਦੀ ਏਰੀਆ ਵੀ ਆਉਂਦੇ ਆ ਜਿਹੜੇ ਬਹੁਤ ਮੁਸ਼ਕਲ ਹੈ, ਜਿੱਥੇ ਸਟਾਫ ਦਾ ਪਹੁੰਚਣਾ। ਕੰਢੀ ਦੇ ਇਲਾਕੇ ਵੀ ਆ ਜਾਏਗੇ ਜਿੱਥੇ ਬਹੁਤ ਛੋਟੇ ਛੋਟੇ ਪਿੰਡ ਆ, 15-15, 20 ਬੱਚਿਆਂ ਪਿੱਛੇ ਵੀ ਤੁਹਾਨੂੰ ਸਕੂਲ ਚਲਾਉਣਾ ਚਾਹੁੰਦਾ, ਕੋਈ ਜਾ ਕੇ ਉੱਥੇ ਰਹਿ ਕੇ ਰਾਜੀ ਨਹੀਂ। ਇਸ ਕਰਕੇ ਇਹਨੂੰ ਤੁਸੀਂ ਦਿੱਲੀ ਨਾਲ ਕਿਵੇਂ ਕੰਪੇਅਰ ਕਰ? ਫਿਰ ਤੁਹਾਡੇ ਸਕੂਲਾਂ ਦੀ ਗਿਣਤੀ 19,500 ਔਰ ਦਿੱਲੀ ਦੇ ਸਕੂਲ ਉਹਨਾਂ ਦੀ ਗਿਣਤੀ 1200 ਦੇ ਆਸ-ਪਾਸ। 19,500 ਸਕੂਲ ਚਲਾਉਣੇ ਔਰ ਤੁਹਾਡੇ ਵਿੱਤੀ ਸਰੋਤ ਜਿਹੜੇ ਆ ਉਹ ਦਿੱਲੀ ਦੇ ਮੁਕਾਬਲੇ ਕਈ ਗੁਣਾ ਘੱਟ ਹੋਣ ਤੇ ਤੁਸੀਂ ਐਵੇਂ ਲੋਕਾਂ ਨੂੰ ਸਬਜ਼ਬਾਗ ਦਿਖਾਈ ਜਾਓ ਕਿ ਇਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਉਹ ਚੀਜ਼ਾਂ ਸੰਭਵ ਨਹੀਂ। ਪਹਿਲੀ ਤਾਂ ਗੱਲ ਹੈ, ਮੈਂ ਇਹਨਾਂ ਦਾ ਭੁਲੇਖਾ ਕੱਢ ਦੇਣਾ ਚਾਹੁੰਦਾ। ਇਹ ਸਰਕਾਰੀ ਅੰਕੜਾ ਗਵਰਨਮੈਂਟ ਆਫ ਇੰਡੀਆ ਦੀ 2019 ਦੇ ਵਿੱਚ ਜਿਹੜੀ ਹੈ ਰਿਪੋਰਟ ਨਸ਼ਰ ਹੋਈ ਸੀ, ਜਿਹਦੇ ਵਿੱਚ ਸਾਰੇ ਦੇਸ਼ ਦੇ ਸੂਬਿਆਂ ਦੀ ਜਿਹੜੀ ਐਜੂਕੇਸ਼ਨ ਦੇ ਮਿਆਰ ਆ ਉਹਦੇ ਵੱਖ-ਵੱਖ ਇੰਡੀਕੇਟਰ ਜਿਹੜੇ ਆ ਉਹ ਇਕੱਠੇ ਕਰਕੇ ਤੇ ਇੱਕ ਸਾਰੇ ਦੇਸ਼ ਦਾ ਮੁਲਾਂਕਣ ਕੀਤਾ ਗਿਆ ਸੀ, ਕੰਪੈਰੀਜ਼ਨ ਕੀਤਾ ਗਿਆ ਸੀ ਕਿ ਕਿਹੜਾ ਸੂਬਾ ਦੂਜਿਆਂ ਨਾਲੋਂ ਬੈਟਰ ਹੈ। ਇਹ 2016 ਦਾ ਜਿਹੜਾ ਉਸ ਵੇਲੇ ਮੇਰੇ ਟਾਈਮ ਦਾ ਜਿਹੜਾ ਡਾਟਾ ਉਹਨਾਂ ਨੇ ਲਿਆ ਸੀ, ਔਰ ਇਹ ਮੈਂ ਤੁਹਾਨੂੰ ਦਿਖਾ ਦੇਣਾ ਕਿ ਸਾਰੇ ਦੇਸ਼ ਦੀ ਤਸਵੀਰ ਆ। ਹਿੰਦੁਸਤਾਨ ਦੇ ਵਿੱਚੋਂ ਪੰਜਾਬ ਜਿਹੜਾ ਉਹ ਦੂਜੇ ਨੰਬਰ, ਪਹਿਲੇ ਨੰਬਰ ਤੇ ਗੋਆ, ਉਹ ਯੂਨੀਅਨ ਟੈਰੀਟਰੀ ਹੈ। ਉਸ ਤੋਂ ਬਾਅਦ ਸੂਬਿਆਂ ਦੇ ਵਿੱਚੋਂ ਜਿਹੜਾ ਹੈਗਾ ਦੂਜੇ ਨੰਬਰ ਦੇ ਉੱਤੇ ਪੰਜਾਬ। ਸਾਡੇ 0.80 ਨੰਬਰ ਬਣਦੇ ਆ। ਕੁਆਲਿਟੀ ਐਜੂਕੇਸ਼ਨ ਨੂੰ ਇਸ ਸਟੱਡੀ ਦੇ ਵਿੱਚ ਸਭ ਤੋਂ ਵੱਧ ਨੰਬਰ ਦਿੱਤੇ, ਇਹ ਜਿਹੜੀ ਸਭ ਤੋਂ ਖਾਸ ਧਿਆਨ ਰੱਖਣ ਦੀ। ਔਰ ਦਿੱਲੀ ਵੀ ਇੱਥੇ ਹੈਗੀ ਹੈ, ਉਹਦੇ 0.78 ਹੈ, ਸਾਡੇ ਤੋਂ ਪਿੱਛੇ ਹੈ। ਇਸ ਕਰਕੇ ਜਿਹੜਾ ਭੁਲੇਖਾ ਉਹਨਾਂ ਦਾ ਕੇਜਰੀਵਾਲ ਸਾਹਿਬ ਦਾ ਕਿ ਇੰਨੀਆਂ ਮੁਸ਼ਕਲਾਂ ਹੋਣ ਦੇ ਬਾਵਜੂਦ, ਐਡਾ ਵੱਡਾ ਏਰੀਆ ਹੋਣ ਦੇ ਬਾਵਜੂਦ, ਸੀਮਤ ਸਾਧਨ ਹੋਣ ਦੇ ਬਾਵਜੂਦ, ਫਿਰ ਵੀ ਪੰਜਾਬ ਜਿਹੜਾ ਹੈਗਾ ਉਹ ਦਿੱਲੀ ਨਾਲੋਂ ਜਿਹੜਾ ਉਹ ਜਿਹੜਾ ਅੱਗੇ ਹੈ। ਔਰ ਉਸ ਤੋਂ ਬਾਅਦ ਵੀ ਇੱਕ ਸਟੱਡੀ ਆਈ ਹੈ, ਉਹਦੇ 'ਚ ਪੈਰਾਮੀਟਰ ਥੋੜ੍ਹੇ ਜਿਹੇ ਅਲੱਗ ਹੈ। ਉਹਦੇ 'ਚ ਕੁਆਲਿਟੀ ਐਜੂਕੇਸ਼ਨ ਦੇ ਨੰਬਰ ਘੱਟ ਹੈ ਤੇ ਐਡਮਿਨਿਸਟ੍ਰੇਸ਼ਨ ਦੇ ਗਵਰਨੈਂਸ ਦੇ ਨੰਬਰ ਜ਼ਿਆਦਾ। ਉਹਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਵੀ ਰਿਹਾ। ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਰਿਪੋਰਟਾਂ ਤੁਸੀਂ ਕਿੱਥੋਂ ਚਟਾ ਲਓ। ਜਿਸ ਤਰੀਕੇ ਤੁਸੀਂ ਇੱਕ ਵਪਾਰੀ ਦੀ ਤਰ੍ਹਾਂ ਇਹ ਚੀਜ਼ਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ ਇਲੈਕਸ਼ਨ ਵਾਲੇ ਸੂਬਿਆਂ ਨੂੰ, ਇਹ ਕਿਸੇ ਵੀ ਤਰੀਕੇ ਵਾਜਬ ਨਹੀਂ।
ਬਾਕੀ ਸੁਧਾਰ ਕਰਨਾ ਹਮੇਸ਼ਾ ਗੁਜਾਇਸ਼ ਕਰੋ, ਲੇਕਿਨ ਤੁਹਾਡੇ ਸੂਬੇ ਦੇ ਆਪਣੇ ਸਾਧਨ ਨੇ, ਤੁਹਾਡੀਆਂ ਆਪਣੀਆਂ ਮੁਸ਼ਕਲਾਂ, ਦਿੱਲੀ ਦੇ ਆਪਣੇ ਫਾਇਦੇ ਆ, ਆਪਣੇ ਉਹਨਾਂ ਦੇ ਜਿਹੜੇ ਹੈਗੇ ਆ ਰਾਜਧਾਨੀ ਹੋਣ ਕਰਕੇ ਬਹੁਤ ਵੱਡੇ ਫਾਇਦੇ ਉਹਨਾਂ ਨੂੰ, ਬਹੁਤ ਵੱਡਾ ਬੋਝ ਕੇਂਦਰ ਨੇ ਚੁੱਕਿਆ। ਸੀਮਾ ਸਾਹਿਬ, ਜੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਜਦੋਂ ਸਾਡੇ ਪੰਜਾਬ ਦੇ ਜਿਸ ਤਰੀਕੇ ਨਾਲ ਤੁਸੀਂ ਡਾਟਾ ਪੇਸ਼ ਕੀਤਾ ਹੈ ਕਿ ਪੰਜਾਬ ਦਾ ਜਿਹੜਾ ਹੈਗਾ ਦੂਜਾ ਨੰਬਰ ਹੈ ਤੇ ਦਿੱਲੀ ਦੀ ਜੇਕਰ ਗੱਲ ਕਰੀਏ ਤਾਂ 78ਵਾਂ ਨੰਬਰ ਹੈ, ਇਸ ਦੇ ਬਾਵਜੂਦ ਜਿਹੜੀਆਂ ਸਕੋਰਿੰਗ ਜਿਹੜੀ ਸਕੋਰਿੰਗ ਦਿੱਤੀ ਹੋਈ ਹੈ, ਜੇਕਰ ਇਸ ਦੇ ਬਾਵਜੂਦ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਜਾਂਦੇ ਨੇ ਤੇ ਜਾ ਕੇ ਕੇਜਰੀਵਾਲ ਸਾਹਿਬ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਨੇ, ਦਿੱਲੀ ਮਾਡਲ ਲਾਗੂ ਕਰਨ ਦੀ ਗੱਲ ਕਰਦੇ ਨੇ, ਤਾਂ ਕੀ ਸਿਰਫ ਤੇ ਸਿਰਫ ਇਹ ਰਾਜਨੀਤੀ ਹੈ? 100% ਆ ਗਈ। ਪਹਿਲਾਂ ਤਾਂ ਦੱਸੋ, ਜਦੋਂ ਤੁਸੀਂ ਕੋਈ ਚੀਜ਼ ਸਟੱਡੀ ਕਰਨ ਜਾਣਾ ਹੁੰਦਾ, ਪਹਿਲਾਂ ਤੁਸੀਂ ਘਰੇ ਤਾਂ ਝਾਤੀ ਮਾਰਦੇ ਹੋ ਨਾ। ਹੁਣ ਮੈਂ ਕੋਠੀ ਬਣਾਉਣੀ ਹੈ ਤੇ ਸਾਰੇ ਦਿੱਲੀ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਮੈਂ ਜਾ ਕੇ ਦੇਖੀ ਜਾਵਾਂ ਵੀ ਆਹ ਕੋਠੀ ਆਲੀਸ਼ਾਨ ਹੈ, ਆਹ ਆਲੀਸ਼ਾਨ ਹੈ, ਆਹ ਬਹੁਤ ਵਧੀਆ, ਆਹ ਬਹੁਤ ਵਧੀਆ, ਤੇ ਘਰ ਆ ਕੇ ਜਦੋਂ ਮੈਂ ਠੇਕੇਦਾਰ ਨੂੰ ਦਿਖਾਈ ਤੇ ਉਹਨੇ ਤਾਂ ਪਹਿਲਾਂ ਪੁੱਛਣਾ ਹੀ ਹੈ ਵੀ ਤੇਰੇ ਕੋਲ ਪੈਸੇ ਕਿੰਨੇ ਆ। ਕੋਠੀ ਤੇ ਪੈਸੇ ਨਾਲ ਹੀ ਪੈਣੀ ਹੈ ਨਾ, ਜ਼ਮੀਨ ਤੇ ਪੈਣੀ ਹੈ। ਤੇ ਨਾ ਮੇਰੇ ਕੋਲ ਜ਼ਮੀਨ ਹੋਵੇ, ਨਾ ਮੇਰੇ ਕੋਲ ਪੈਸੇ ਹੋਣ, ਤੇ ਕੋਠੀਆਂ ਮੈਂ ਸਾਰੇ ਟਾਟਾ ਬਿਰਲਾ ਦੀਆਂ ਦੇਖਿਆ ਵਾ ਵੀ ਮੈਂ ਇਦਾਂ ਦੀ ਕੋਠੀ ਲਿਆ ਕੇ ਬਣਾਉਣੀ ਹੈ, ਦਿੱਲੀ ਮਾਡਲ ਦੀ, ਬੰਬੇ ਮਾਡਲ ਦੀ, ਤੇ ਕੀ ਇੱਥੇ ਆ ਕੇ ਉਦਾਂ ਦੀ ਮੈਂ ਬਣਾ ਲੂੰਗਾ ਬਿਨਾਂ ਸਾਧਨ ਤੋਂ? ਤੁਸੀਂ ਸਵਾਲ ਆਪਣੇ ਸੂਬੇ ਦੇ ਜਿਹੜਾ ਸਿਸਟਮ ਹੈ ਉਹਨੂੰ ਸਟੱਡੀ ਕਰਕੇ ਦੇਖੋ ਕਿ ਉਹਦੇ ਵਿੱਚ ਚੰਗੇ ਗੁਣ ਕਿਹੜੇ ਆ, ਉਹਦੇ ਚ ਕਮੀਆਂ ਕੀ, ਫਿਰ ਉਹ ਕਮੀਆਂ ਤੁਸੀਂ ਕਿਤੋਂ ਸਮਝ ਕੇ ਦੂਰ ਕਰ ਸਕਦੇ ਹੋ, ਜ਼ਰੂਰ ਕਰੋ। ਪਰ ਆਪਣੇ ਤੇ ਤੁਸੀਂ ਝਾਤੀ ਨਹੀਂ ਮਾਰੀ, ਕਿਸੇ ਨੂੰ ਪੁੱਛਿਆ ਤੱਕ ਨਹੀਂ, ਆ ਕੇ ਮਹੀਨਾ ਹੋ ਗਿਆ ਤੇ ਉੱਥੇ ਤੁਸੀਂ ਸਾਰਾ ਬੋਰੀਆ ਬਿਸਤਰਾ ਬੰਨ ਕੇ ਸਾਰੇ ਅਫਸਰ ਨਾਲ ਲੈ ਕੇ ਉੱਥੇ ਤੁਰੇ ਫਿਰਦੇ, ਉੱਥੋਂ ਇੱਕ ਦਿਨ ਚ ਤੁਸੀਂ ਕੀ ਸਿੱਖ ਲਿਆ ਮੈਨੂੰ ਦੱਸੋ ਪਹਿਲਾਂ। ਇਸ ਤਰੀਕੇ ਨਾ ਤਾਂ ਸਟੱਡੀਜ਼ ਹੁੰਦੀਆਂ ਨੇ, ਇਦਾਂ ਡਰਾਮੇ ਹੋ ਸਕਦੇ ਕਿ ਇਹਦੀਆਂ ਵੀਡੀਓ ਬਣ ਜਾਣਗੀਆਂ, ਉਹ ਵੀਡੀਓ ਹੁਣ ਹਿਮਾਚਲ 'ਚ ਕੱਲ੍ਹ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਗੁਜਰਾਤ 'ਚ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਹਰਿਆਣੇ 'ਚ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਉਹਦਾ ਫਿਰ ਭੋਲੇ ਭਾਲੇ ਲੋਕਾਂ ਨੂੰ ਜਿਵੇਂ ਪੰਜਾਬ 'ਚ ਠੱਗਿਆ ਉੱਥੇ ਠੱਗਣ ਦੀ ਕੋਸ਼ਿਸ਼ ਕਰਨੀ। ਸੀਮਾ ਸਾਹਿਬ, ਇੱਥੇ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਿੱਲੀ ਮਾਡਲ ਲਾਗੂ ਕਰਨ ਦੀਆਂ ਜਿਹੜੀਆਂ ਗੱਲਾਂ ਨੇ ਪਹਿਲਾਂ ਤੋਂ ਕਰਦੇ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਐਜੂਕੇਸ਼ਨ ਨੂੰ ਸੁਧਾਰ ਲਿਆਵਾਂਗੇ, ਐਜੂਕੇਸ਼ਨ ਦਾ ਸੁਧਾਰ ਕੀਤਾ ਜਾਵੇਗਾ, ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ, ਪਰ ਦੌਰੇ ਤੇ ਅੱਜ ਗਏ ਨੇ ਕਿ ਉਹਨਾਂ ਨੂੰ ਪਹਿਲਾਂ ਤੋਂ ਜਿਹੜੀ ਇਹ ਹਾਲਾਤ ਨਹੀਂ ਸੀ ਪਤਾ, ਕੀ ਤਰ੍ਹਾਂ ਇੱਪਰ ਕਿਰਿਆ ਦਿੱਤੀ? ਇਹ ਸਿਰਫ ਕੇਜਰੀਵਾਲ ਸਾਹਿਬ ਦੇ ਕਹਿਣ? ਹੁਣ ਵੀ ਜਿਹੜਾ ਗਏ ਆ ਉਹ ਇਲੈਕਸ਼ਨ ਦੇ ਕਰਕੇ ਗਏ ਆ, ਕਿਉਂਕਿ ਹੁਣ ਹਿਮਾਚਲ 'ਚ ਜਾ ਕੇ ਇਹ ਵੀਡੀਓ ਚਾਹੀਦੀ, ਵੀਡੀਓ ਉੱਥੇ ਤਾਂ ਹੀ ਬਣ ਸਕਦੀਆਂ ਉੱਥੇ ਆ ਇਸ ਤਰ੍ਹਾਂ ਦੇ ਡਰਾਮੇ ਡਰੂਮੇ ਹੋਣਗੇ ਤਾਂ। ਹੁਣ ਕੇਜਰੀਵਾਲ ਸਾਹਿਬ ਆ ਜਿਹੜੇ 5-4 ਦਿਨ ਪਹਿਲਾਂ ਰੈਲੀ ਕਰਕੇ ਆਏ ਆ ਇੱਥੇ ਕਾਂਗੜਾ ਦੇ ਵਿੱਚ, ਹਿਮਾਚਲ ਦੇ ਵਿੱਚ, ਉੱਥੇ 3 ਚੀਜ਼ਾਂ ਕਹਿ ਕੇ ਆਏ ਨਾ ਕਿ ਪੰਜਾਬ ਵਿੱਚ ਜਾ ਕੇ ਪੁੱਛ ਲਓ ਕਰਪਸ਼ਨ ਖਤਮ ਹੋ ਗਈ। ਹੁਣ ਤੁਸੀਂ ਇੱਥੇ ਦੇ ਜਰਨਲਿਸਟ ਦੱਸੋ ਹੋ ਗਈ ਖਤਮ? ਉੱਥੇ ਜਾ ਕੇ ਕਹਿ ਕੇ ਆਏ ਕਿ ਪੰਜਾਬ ਦੇ ਵਿੱਚ 300 ਯੂਨਿਟ ਲਾਗੂ ਹੋ ਗਈ, ਹੁਣ ਤੁਸੀਂ ਦੱਸੋ ਵੀ ਇੱਥੇ 300 ਯੂਨਿਟ ਲਾਗੂ ਹੋ? ਜਦੋਂ ਦੇਸ਼ ਦੇ ਰਾਜਨੀਤਿਕ ਸਾਡੇ ਲੋਕੀ ਇਸ ਕਦਰ ਪੈਰ ਬੰਨ ਕੇ ਝੂਠ ਮਾਰਨ ਲੱਗ ਪਣਗੇ ਜਨਤਾ ਦੇ ਨਾਲ, ਫਿਰ ਤਾਂ ਸਿਸਟਮ ਦਾ ਸਤਿਆਨਾਸ਼ ਹੀ ਹੈ। ਜੇ ਇੱਕ ਚੀਫ ਮਿਨਿਸਟਰ ਸਟੇਟ ਦਾ ਇੰਨੀ ਜਿਹੜੀ ਜ਼ਿੰਮੇਵਾਰ ਪੋਜੀਸ਼ਨ 'ਚ ਹੁੰਦਿਆਂ ਹੋਇਆ ਇਸ ਤਰੀਕੇ ਪਬਲਿਕਲੀ ਝੂਠ ਬੋਲ ਸਕਦਾ ਹੈ ਇੱਕ ਹਿਮਾਚਲ ਸਟੇਟ ਦੇ ਭੋਲੇ ਭਾਲੇ ਲੋਕਾਂ ਦੇ ਨਾਲ, ਤੇ ਦੱਸੋ ਫਿਰ ਇੱਥੇ ਲੋਕੀ ਵਿਸ਼ਵਾਸ ਕਿੱਥੇ ਕਰਨ? ਇਹਦੇ ਨਾਲ ਹੀ ਮਸਲ ਗੱਲਬਾਤ ਕਰਾਂਗੇ। ਤੁਹਾਡੇ ਸਮੇਂ ਦੇ ਦੌਰਾਨ ਜਿਹੜੇ ਮੈਰੀਟੋਰੀਅਸ ਸਕੂਲ ਜਿਹੜੇ ਬਣੇ ਨੇ, ਲਗਭਗ 10 ਦੇ ਕਰੀਬ ਜਿਹੜੇ ਸਕੂਲ ਬਣੇ ਸੀ, ਉਹਨਾਂ ਦੀ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ? ਦੇਖੋ, ਉਹ ਇੱਕ ਬੜਾ ਪ੍ਰੈਕਟੀਕਲ ਜਿਹਾ ਮਾਡਲ ਸੀ ਕਿ ਅਸੀਂ ਜੋ ਪੰਜਾਬ ਦੇ ਵਿੱਚ ਲੰਬਾ ਸਮਾਂ ਵਿਚਰਦਿਆਂ ਮਹਿਸੂਸ ਕੀਤਾ ਕਿ ਜਿਹੜੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਟੈਲੈਂਟ ਬਹੁਤ ਅੱਛਾ ਹੁੰਦਾ, ਬੱਚੇ ਬਹੁਤ ਹੁਸ਼ਿਆਰ ਹੁੰਦੇ, ਪਰ ਜਿਹੜੀ ਹੈ ਬੱਚਾ ਜਦੋਂ ਮੈਟ੍ਰਿਕ ਤੋਂ ਬਾਅਦ ਜਿਹੜੀ ਕੋਚਿੰਗ ਦੀ ਲੋੜ ਹੁੰਦੀ ਹੈ ਬੱਚੇ ਨੂੰ ਆਪਣਾ ਕੈਰੀਅਰ ਬਣਾਉਣ ਵਾਸਤੇ, ਮੈਡੀਕਲ, ਨਾਨ ਮੈਡੀਕਲ ਜਾਂ ਹੋਰ ਅੱਛੇ ਡਿਪਾਰਟਮੈਂਟ ਜਾਣ ਵਾਸਤੇ, ਉੱਥੇ ਬੱਚਾ ਮਾਰ ਖਾ ਜਾਂਦਾ ਹੈ ਕਿਉਂਕਿ ਪੇਰੈਂਟਸ ਕੋਲੇ ਸਾਧਨ ਨਹੀਂ ਹੁੰਦੇ ਕਿ ਉਹਨੂੰ ਹੋਸਟਲ 'ਚ ਰੱਖ ਕੇ ਚੰਗੀ ਕੋਚਿੰਗ ਦਵਾ ਕੇ ਤੇ ਦੂਜੇ ਬੱਚਿਆਂ ਦਾ ਮੁਕਾਬਲਾ ਕਰਵਾ ਸਕੇ। ਉਸ ਘਾਟ ਨੂੰ ਪੂਰਾ ਕਰਨ ਦਾ ਅਸੀਂ ਤਰੀਕਾ ਰੱਖਿਆ ਸੀ ਕਿ ਅਸੀਂ ਸਪੈਸ਼ਲ ਸਕੂਲ ਬਣਾਏ 10, ਜਿਹਦੇ 'ਚ ਹੋਸਟਲ ਵੀ ਬਣਾਇਆ, ਉਹ 'ਚ 100% ਫ੍ਰੀ ਐਜੂਕੇਸ਼ਨ, ਬਿਨਾਂ ਕਿਸੇ ਖਰਚੇ ਤੋਂ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਸੀ, ਔਰ ਨਾਲ ਐਕਸਟਰਾ ਕੋਚਿੰਗ ਦਾ ਪ੍ਰਬੰਧ ਵੀ ਜਿਵੇਂ ਜਿਹੜੇ ਆ ਅਮੀਰ ਲੋਕੀ ਆਪਣੇ ਬੱਚਿਆਂ ਦਾ ਕਰਕੇ ਦਿੰਦੇ ਆ, ਉਸੇ ਸਕੂਲ ਦੇ ਵਿੱਚ ਸ਼ਾਮ ਨੂੰ ਐਕਸਟਰਾ ਕੋਚਿੰਗ ਦਾ ਪ੍ਰਬੰਧ ਵੀ ਜਿਹੜਾ ਉਹ ਕੀਤਾ ਗਿਆ, ਔਰ ਉਹਦੇ ਬਹੁਤ ਕਮਾਲ ਦੇ ਨਤੀਜੇ ਆਏ ਕਿਉਂਕਿ ਬੱਚੇ ਤਾਂ ਪਹਿਲਾਂ ਹੀ ਜਿਹੜੇ ਕੁਦਰਤੀ ਤੌਰ ਤੇ ਬੱਚਿਆਂ 'ਚ ਬਹੁਤ ਪੋਟੈਂਸ਼ੀਅਲ ਸੀ, ਜਿਹੜੀ ਘਾਟ ਸੀ ਬੱਚਿਆਂ ਦੀ ਉਹ ਸਰਕਾਰ ਨੇ ਪੂਰੀ ਕਰ ਦਿੱਤੀ ਤੇ ਇੱਕ ਸਕੂਲ ਦੇ 6-6, 8-8 ਬੱਚੇ IIT ਤੱਕ ਜਿਹੜੇ ਆ ਉਹੀ ਸਰਕਾਰੀ ਸਕੂਲਾਂ ਦੇ ਬੱਚੇ ਪਹੁੰਚੇ ਸੀ। ਇਸ ਕਰਕੇ ਉਹ ਪ੍ਰੈਕਟੀਕਲ ਮਾਡਲ ਸੀ, ਲੋੜ ਦੇ ਵਿੱਚੋਂ ਉਪਜਿਆ ਹੋਇਆ ਮਾਡਲ ਸੀ, ਉਹ ਅਸੀਂ ਇਹ ਨਹੀਂ ਸੀ, ਅਸੀਂ ਜੋ ਆਪਣਾ ਸਾਡਾ ਲੰਬਾ ਤਜਰਬਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਉਹਨਾਂ ਦਾ ਜ਼ਿੰਦਗੀ ਦਾ ਬੜਾ ਲੰਬਾ ਤਜਰਬਾ ਸੀ, ਉਹ ਤਜਰਬੇ ਦੇ ਵਿੱਚੋਂ ਨਿਕਲੀ ਹੋਈ ਉਹ ਚੀਜ਼ ਸੀ। ਇਸੇ ਕਰਕੇ ਉਹ ਕਾਮਯਾਬ ਹੋਈ, ਦੇਸ਼ ਦੀਆਂ ਵੱਡੀਆਂ ਹਸਤੀਆਂ
ਉਹਨੂੰ ਮਾਡਲ ਨੂੰ ਦੇਖਣ ਆਉਂਦੀਆਂ ਰਹੀਆਂ, ਉਹਦੀ ਤਾਰੀਫ ਕਰਦੀਆਂ ਰਹੀਆਂ। ਗੱਲ ਵੱਖਰੀ ਹੈ ਕਿ ਬਾਅਦ 'ਚ ਕਾਂਗਰਸ ਸਰਕਾਰ ਆਈ, ਉਹਨਾਂ ਦੀ ਅਣਦੇਖੀ ਕੀਤੀ ਗਈ, ਜੋ ਬਜਟ ਰਿਕੁਆਇਰਮੈਂਟ ਸੀ ਉਹਨਾਂ ਦੀ ਪੂਰੀ ਨਹੀਂ ਹੋਈ, ਤਾਂ ਉਹਨਾਂ ਦਾ ਉਹ ਲੈਵਲ ਜੋ ਅਸੀਂ ਰੱਖਿਆ ਸੀ ਉਹ ਮੇਨਟੇਨ ਨਹੀਂ ਕੀਤਾ ਜਾ ਸਕਿਆ। ਲੇਕਿਨ ਉਹ ਕਮਾਲ ਦਾ ਮਾਡਲ ਸੀ, ਉਹ ਅਸਲੀ ਜਿਹੜੀ ਹੈ ਲੋਕਾਂ ਦੀ ਜ਼ਰੂਰਤ ਦੇ ਮੁਤਾਬਕ ਮਾਡਲ। ਆਖਰੀ ਸਵਾਲ ਚੀਮਾ ਸਾਹਿਬ, ਇੱਕ ਸਮਾਂ ਐਸਾ ਸੀ ਜਿਸ ਤਰੀਕੇ ਦੇ ਨਾਲ ਤੁਸੀਂ ਸਾਰੇ ਡਾਕੂਮੈਂਟਸ ਪੇਸ਼ ਕੀਤੇ ਨੇ 2016 ਤੋਂ ਲੈ ਕੇ 2019 ਦੇ ਦੌਰਾਨ, ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਜਿਹੜੇ ਇੱਥੇ ਨੇ ਆਗੂ ਆਉਂਦੇ ਨੇ ਤੇ ਆ ਕੇ ਪੰਜਾਬ ਦੇ ਮਾਡਲ ਦੀ ਜਿਹੜੀ ਸਿਫਤ ਕਰਦੇ ਨੇ ਕਿ ਕਹਿੰਦੇ ਨੇ ਕਿ ਬਹੁਤ ਵਧੀਆ ਐਜੂਕੇਸ਼ਨ ਸਿਸਟਮ ਹੈ, ਲੇਕਿਨ ਬਾਵਜੂਦ ਇਸ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਜਾਂਦੇ ਨੇ। ਕੀ ਇਹ ਪੰਜਾਬ ਦੀ ਤੋਹੀਨ ਹੈ ਜਾਂ ਪੰਜਾਬ ਦੇ ਉਹ ਸਾਰੇ ਜਿਹੜੇ ਅਧਿਆਪਕ ਨੇ ਜਿਹੜੇ ਲਗਾਤਾਰ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ, ਜਿਸ ਦੇ ਚੱਲਦੇ ਹੋਏ ਰਿਜ਼ਲਟ ਵੀ ਬਹੁਤੀ ਵਾਰੀ ਬਹੁਤ ਅੱਛੇ ਆਏ ਨੇ, ਉਹਨਾਂ ਦੀ ਤੋਹੀਨ ਹੈ? ਦੇਖੋ ਗੱਲ ਇਹ ਹੈ ਕਿ ਜਿਹੜੇ ਲੋਕੀ ਮਿਹਨਤ ਕਰਕੇ ਵੱਖੀਆਂ ਸੀਮਤ ਸਾਧਨਾਂ ਦੇ ਬਾਵਜੂਦ ਵੀ ਸਟੇਟ ਨੂੰ ਇੱਥੇ ਲੈ ਕੇ ਗਏ, ਉਹਨਾਂ ਅਧਿਆਪਕਾਂ ਦੇ ਮਨ ਦੇ ਵਿੱਚ, ਉਹਨਾਂ ਬੱਚਿਆਂ ਦੇ ਮਨ ਦੇ ਵਿੱਚ ਬਹੁਤ ਵੱਡੀ ਸੱਟ ਵੱਜਦੀ ਹੈ ਜਦੋਂ ਉਹਨਾਂ ਨੂੰ ਸ਼ਾਬਾਸ਼ੀ ਦੇਣ ਦੀ ਬਜਾਏ ਜਿਨ੍ਹਾਂ ਨੇ ਪ੍ਰੈਕਟੀਕਲੀ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਨੇ ਜਿਨ੍ਹਾਂ ਨੂੰ ਬੈਸਟ ਉਹਨਾਂ ਤੋਂ ਡਿਕਲੇਅਰ ਕੀਤਾ ਹੋਇਆ, ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਤੁਹਾਡੇ ਤੋਂ ਦਿੱਲੀ ਵਾਲੇ ਬੈਟਰ। ਕਿਉਂਕਿ ਜਦੋਂ ਨੰਬਰ ਲੈ ਜਾਵੇ ਕੋਈ ਬੱਚਾ ਤੇ ਫਿਰ ਵੀ ਉਹਨੂੰ ਘੱਟ ਨੰਬਰ ਆਣੇ ਦੀ ਉਹਦੇ ਸਾਹਮਣੇ ਤਾਰੀਫ ਕਰੋ, ਉਹ ਬੱਚੇ ਦੇ ਮਨ ਨੂੰ ਸੱਟ ਤੱਕ ਕੁਦਰਤੀ ਵੱਜਦੀ। ਇਸ ਕਰਕੇ ਇੱਥੇ ਤਾਂ ਨੰਬਰ ਲੱਗੇ ਹੋਏ ਆ ਕਿ ਦਿੱਲੀ ਵਾਲਿਆਂ ਦੇ ਨੰਬਰ ਸਾਡੇ ਨਾਲੋਂ ਘੱਟ ਸੀ, ਤੇ ਹੁਣ ਘੱਟ ਵਾਲਿਆਂ ਦੀ ਤੁਸੀਂ ਤਾਰੀਫ ਕਰੋਗੇ ਤਾਂ ਜਿਨ੍ਹਾਂ ਨੇ ਨੰਬਰ ਮਿਹਨਤ ਨਾਲ ਵੱਧ ਲਏ ਆ ਉਹਨਾਂ ਦੇ ਮਨ ਨੂੰ ਸੱਟ ਵੱਜਦੀ ਹੈ। ਇਸ ਕਰਕੇ ਇਹ ਆਪਣੇ ਟੀਚਰਾਂ ਦਾ ਅਪਮਾਨ ਕਰਨ ਵਾਲੀ ਗੱਲ ਹੈ। ਭਗਵੰਤ ਮਾਨ ਜੀ ਨੂੰ ਚਾਹੀਦਾ ਹੈ ਕਿ ਆਪਣੇ ਤੁਹਾਨੂੰ ਲੀਡਰਸ਼ਿਪ ਦਿੱਤੀ ਹੈ ਪੰਜਾਬ ਦੀ, ਤੁਸੀਂ ਲੀਡ ਕਰਨਾ ਇਹਨਾਂ ਲੋਕਾਂ ਨੂੰ, ਇਹਨਾਂ ਨੂੰ ਮੋਟੀਵੇਟ ਕਰੋ, ਇਹਨਾਂ ਦੇ ਮੋਢੇ ਤੇ ਹੱਥ ਰੱਖੋ, ਸ਼ਾਬਾਸ਼ ਦਿਓ ਕਿ ਤੁਸੀਂ ਹੋਰ ਅੱਗੇ ਵਧੋ, ਤਾਂ ਸਟੇਟ ਅੱਗੇ ਵਧ ਸਕਦੀ ਹੈ, ਨਾ ਕਿ ਡਰਾਮਿਆਂ ਦੇ ਨਾਲ, ਦੂਜਿਆਂ ਦੇ ਨਾਲ, ਉਹਨਾਂ ਕੰਮਾਂ ਦੇ ਨਾਲ ਸਟੇਟ ਦਾ ਜ਼ਿਆਦਾ ਫਾਇਦਾ ਨਹੀਂ ਹੋ ਸਕਦਾ। ਸੋ ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ ਜੀ, ਜਿਨ੍ਹਾਂ ਨੇ ਸਾਫ਼ ਤੌਰ ਤੇ ਗੱਲਬਾਤ ਕੀਤੀ ਹੈ ਕਿ ਹਰ ਇੱਕ ਸੂਬਾ ਜਿਸ ਦੇ ਆਪਣੇ ਸਰੋਤ ਹੁੰਦੇ ਨੇ, ਸਾਧਨ ਹੁੰਦੇ ਨੇ, ਤੇ ਉਸ ਸੂਬੇ ਦੀ ਜੋ ਡਿਵੈਲਪਮੈਂਟ ਹੈ ਡਿਪੈਂਡ ਕਰਦੀ ਹੈ ਉਹਨਾਂ ਸਰੋਤਾਂ ਅਤੇ ਸਾਧਨਾਂ ਦੇ ਉੱਤੇ। ਪਰ ਕੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਹੈ ਕਿ ਦਿੱਲੀ ਮਾਡਲ, ਇਹ ਪੰਜਾਬ ਦੇ ਲੋਕ ਵੀ ਹੁਣ ਭਲੀ ਭਾਂਤ ਜਾਣ ਸਕਦੇ ਨੇ ਕਿ ਜਿਸ ਤਰੀਕੇ ਦੇ ਡਾਕੂਮੈਂਟਸ ਪੇਸ਼ ਕੀਤੇ ਨੇ ਕਿ ਵਾਕਿਆ ਹੀ ਪੰਜਾਬ ਦੇ ਵਿੱਚ ਉਹ ਜਿਹੜੇ ਦਿੱਲੀ ਮਾਡਲ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ। ਤੁਹਾਨੂੰ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਕਿੱਦਾਂ ਦੀ ਲੱਗੀ ਸਾਨੂੰ ਜ਼ਰੂਰ ਦੱਸਣਾ ਕਮੈਂਟਾਂ ਦੇ ਰਾਹੀਂ। ਤਦ ਤੱਕ ਲਈ ਮੈਨੂੰ ਹਰਦੀਪ ਕੌਰ ਵਿਰਕ ਨੂੰ ਦਿਓ ਇਜਾਜ਼ਤ। ਵੀਡੀਓ ਜਰਨਲਿਸਟ ਰਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਵਿਰਕ, ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ, ਚੰਡੀਗੜ੍ਹ।